ਵੀਰੋ ਸਾਡੀ ਹੀ ਹਿਸਟਰੀ ਸਾਨੂੰ ਬਹੁਤ ਹੈਰਾਨ ਕਰਦੀ ਹੈ। ਤੁਸੀਂ ਇੱਕ ਵਾਰੀ ਪਿਛਲੇ 1000 ਸਾਲ ਦੀ ਹਿੰਦੁਸਤਾਨ ਦੀ ਹਿਸਟਰੀ ਚੁੱਕ ਕੇ ਵੇਖੋ। ਮਹਿਮੂਦ ਗਜ਼ਨੀ ਨੇ ਹਿੰਦੁਸਤਾਨ 'ਤੇ 17 ਵਾਰ ਹਮਲਾ ਕੀਤਾ। 1000 ਤੋਂ 1027 ਦੇ ਅੰਦਰ ਉਹਨੇ ਹਿੰਦੁਸਤਾਨ 'ਤੇ 17 ਵਾਰ ਹਮਲਾ ਕੀਤਾ। ਮਤਲਬ ਹਿੰਦੁਸਤਾਨ ਨੂੰ ਉਹਨੇ 17 ਵਾਰ ਲੁੱਟਿਆ। ਅਜੇ ਉਹਦਾ ਢਿੱਡ ਨਹੀਂ ਸੀ ਭਰਿਆ ਤੇ ਚੰਗੇਜ਼ ਖਾਨ ਆ ਗਿਆ 1221 ਦੇ ਅੰਦਰ। ਚੰਗੇਜ਼ ਖਾਨ ਅਜੇ ਲੁੱਟ ਕੇ ਵਾਪਸ ਹੀ ਗਿਆ ਸੀ ਤੇ ਅਲਾਉਦੀਨ ਖਿਲਜੀ ਆ ਗਿਆ 1230 ਦੇ ਅੰਦਰ। ਤੁਗਲਕ ਆਏ 1320 ਦੇ ਅੰਦਰ। ਤਮੂਰ ਲੰਗ ਆਇਆ 1398 ਦੇ ਅੰਦਰ। ਇਬਰਾਹਿਮ ਲੋਧੀ ਆਇਆ 1451 ਦੇ ਅੰਦਰ ਤੇ ਮੁਗਲ ਆ ਗਏ 1526 ਦੇ ਅੰਦਰ। ਨਾਦਰ ਸ਼ਾਹ ਆਇਆ 1738 ਦੇ ਅੰਦਰ। ਵੀਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਉਸ ਟਾਈਮ ਹੋ ਕੀ ਰਿਹਾ ਸੀ? ਇੱਕ ਆਇਆ ਲੁੱਟ ਕੇ ਚਲਾ ਗਿਆ, ਦੂਜਾ ਪਹਿਲੋਂ ਤਿਆਰ ਬੈਠਾ ਚਲੋ ਹਿੰਦੁਸਤਾਨ ਲੁੱਟਣ ਚਲੀਏ। ਤੁਹਾਨੂੰ ਕੀ ਲੱਗਦਾ ਹੈ ਇਹ ਇਹਨਾਂ ਦੀ ਬਹਾਦਰੀ ਸੀ? ਇਹਨਾਂ ਦੀ ਵੀਰੋ ਬਹਾਦਰੀ ਨਹੀਂ ਸੀ, ਇਹ ਸਾਡੀ ਕਾਇਰਤਾ ਸੀ, ਸਾਡੀ ਬੁਜ਼ਦਿਲੀ ਸੀ। ਕਿਉਂਕਿ ਉਸ ਟਾਈਮ ਮੰਨਿਆ ਜਾਂਦਾ ਸੀ ਇੱਕ ਦੇਸ਼ ਇਹ ਜਿਹਾ ਹੈਗਾ ਹਿੰਦੁਸਤਾਨ, ਉਹਨਾਂ ਦੀਆਂ ਤੁਸੀਂ ਕੁੜੀਆਂ ਵੀ ਲੁੱਟ ਕੇ ਲੈ ਆਓ ਨਾ ਤਾਂ ਵੀ ਉਹ ਕੁਛ ਨਹੀਂ ਬੋਲਣਗੇ। ਉਹਨਾਂ ਦੇ ਮੰਦਰ ਲੁੱਟ ਕੇ ਲੈ ਆਓ, ਮੰਦਰ ਨੂੰ ਤੋੜ ਫੋੜ ਦਿਓ, ਉਹ ਕੁਛ ਨਹੀਂ ਬੋਲਣਗੇ। ਉਹਨਾਂ ਦਾ ਧਨ ਦੌਲਤ ਸਾਰਾ ਕੁਛ ਤੁਸੀਂ ਲੁੱਟ ਕੇ ਲੈ ਜਾਓ, ਉਹ ਕੁਛ ਵੀ ਨਹੀਂ ਬੋਲਣਗੇ। ਇਸ ਕਾਇਰਤਾ ਨੂੰ, ਇਸ ਬੁਜ਼ਦਿਲੀ ਨੂੰ ਸਾਰਿਆਂ ਨਾਲੋਂ ਪਹਿਲੇ ਗੁਰੂ ਗੋਬਿੰਦ ਸਾਹਿਬ ਨੇ ਪਹਿਚਾਨਿਆ। ਉਹਨਾਂ ਨੇ ਇੱਕ ਇਹ ਜੀ ਫੌਜ ਤਿਆਰ ਕੀਤੀ, ਉਹਨਾਂ ਨੇ ਇੱਕ ਇਹ ਜਿਹਾ ਖਾਲਸਾ ਤਿਆਰ ਕੀਤਾ। ਗੁਰੂ ਸਾਹਿਬ ਨੇ ਇਸ ਕੌਮ ਨੂੰ ਕੇਸ਼ ਦਿੱਤੇ ਤੇ ਪਗੜੀ ਦਿੱਤੀ, ਦਸਤਾਰ ਦਿੱਤੀ, ਤਾਂ ਕਿ ਇਹ ਜਿਹੜੀ ਕੌਮ ਹੈ ਇਹ ਦੂਰੋਂ ਪਹਿਚਾਨੀ ਜਾ ਸਕੇ। ਗੁਰੂ ਸਾਹਿਬ ਨੇ ਗਿੱਦੜਾਂ ਤੋਂ ਸ਼ੇਰ ਬਣਾਏ, ਕਿਉਂਕਿ ਗੁਰੂ ਸਾਹਿਬ ਨੂੰ ਇਹ ਪਤਾ ਸੀ ਇਹ ਜਿਹੜੇ ਵੀ ਬਾਹਰੋਂ ਲੁੱਟ ਪੁੱਟ ਕੇ ਆ ਰਹੇ ਨੇ, ਇਹਨਾਂ ਨੂੰ ਤਾਂ ਅਕੇਲੇ ਗੁਰੂ ਸਾਹਿਬ ਹੀ ਬਹੁਤ ਸੀ ਹਰਾਉਣ ਵਾਸਤੇ। ਲੇਕਿਨ ਇੱਕ ਜਿਹੜਾ ਜਜ਼ਬਾ ਸੀ ਲੜਨ ਦਾ, ਅੰਦਰੋਂ ਜਿਹੜੀ ਕਾਇਰਤਾ ਖ਼ਤਮ ਕਰਨੀ ਸੀ, ਇੱਕ ਐਗਜ਼ਾਮਪਲ ਜਿਹੜਾ ਸੈੱਟ ਕਰਨਾ ਸੀ ਗੁਰੂ ਸਾਹਿਬ ਨੇ, ਉਹਨਾਂ ਨੂੰ ਇਹ ਕਰਕੇ ਜਾਣਾ ਪਿਆ। ਉਹਨਾਂ ਨੇ ਆਪ ਦੇ ਪਿਤਾ ਜੀ ਦੀ ਸ਼ਹੀਦੀ ਦਿੱਤੀ ਤਾਂ ਕਿ ਇੱਕ ਜਜ਼ਬਾ ਬਣ ਸਕੇ ਕਿ ਤੁਸੀਂ ਸ਼ਹੀਦੀਆਂ ਤੋਂ ਡਰੋ ਨਾ। ਜੇ ਤੁਸੀਂ ਆਪ ਦੀ ਕੌਮ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪ ਦੀ ਸੰਸਕ੍ਰਿਤੀ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪ ਦਾ ਦੇਸ਼ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਹੀਦੀਆਂ ਤੋਂ ਡਰੋ ਨਾ। ਗੁਰੂ ਸਾਹਿਬ ਨੇ ਆਪ ਦੇ 4 ਬੱਚਿਆਂ ਦੀਆਂ ਸ਼ਹੀਦੀਆਂ ਦਿੱਤੀਆਂ। ਇੱਕ ਐਗਜ਼ਾਮਪਲ ਸੈੱਟ ਕਰਨਾ ਸੀ, ਇੱਕ ਸਾਡੇ ਅੰਦਰ ਉਹ ਜਜ਼ਬਾ ਭਰਨਾ ਸੀ ਕਿ ਇਹ ਜਿਹੜੀ ਕੌਮ ਹੈ ਇਹ ਸ਼ੇਰ ਦੀ ਤਰ੍ਹਾਂ, ਇੱਕ ਚੀਤੇ ਦੀ ਤਰ੍ਹਾਂ ਇਹ ਕੌਮ ਕਿਵੇਂ ਬਣ ਸਕਦੀ ਹੈ। ਉਹਨਾਂ ਨੇ ਇੱਕ ਕੌਮ ਬਣਾਈ ਖਾਲਸਾ। ਖਾਲਸ ਦਾ ਮਤਲਬ ਹੀ ਹੁੰਦਾ ਹੈ ਪਿਓਰ, ਪਵਿੱਤਰ, ਮੁਕੱਦਸ, ਜਿੰਦੀ ਆਪ ਦਾ ਕੋਈ ਅਹੰਕਾਰ ਨਹੀਂ ਸੀ, ਐਟੀਚਿਊਡ ਨਹੀਂ ਸੀ, ਜਿੰਦਾ ਆਪ ਦਾ ਕੋਈ ਲਾਲਚ ਨਹੀਂ ਸੀ, ਜਿਨ੍ਹਾਂ ਦੀ ਆਪ ਦੀ ਕੋਈ ਵਾਸਨਾ ਨਹੀਂ ਸੀ। ਉਹਨਾਂ ਨੇ ਇਹ ਜੀ ਕੌਮ ਤਿਆਰ ਕੀਤੀ ਜਿਹਨੂੰ ਸੁਣ ਕੇ, ਵੇਖ ਕੇ, ਪੜ੍ਹ ਕੇ ਇਹ ਜਿੰਨੇ ਵੀ ਲੋਕੀ ਆਉਂਦੇ ਸੀ ਨਾ ਸਾਡੇ ਦੇਸ਼ 'ਤੇ ਹਮਲਾ ਕਰਨ, ਇਹ ਥਰ-ਥਰ ਕੰਬਦੇ ਹੁੰਦੇ ਸੀ। ਅਹਿਮਦ ਸ਼ਾਹ ਅਬਦਾਲੀ ਸਾਡੀਆਂ 17,000 ਕੁੜੀਆਂ ਨੂੰ ਲੈ ਕੇ, ਕੁਆਰੀਆਂ ਕੁੜੀਆਂ ਨੂੰ ਲੈ ਕੇ, ਔਰਤਾਂ ਨੂੰ ਲੈ ਕੇ ਜਦੋਂ ਵਾਪਿਸ ਜਾਂਦਾ ਪਿਆ ਸੀ, ਤੇ ਇਹ ਗੁਰੂ ਸਾਹਿਬ ਦੇ ਸਿੱਖ ਹੀ ਸੀ ਜਿਨ੍ਹਾਂ ਨੇ ਇਹਨਾਂ ਕੁੜੀਆਂ ਨੂੰ, ਔਰਤਾਂ ਨੂੰ ਰੈਸਕਿਊ ਕੀਤਾ, ਇੱਜ਼ਤ ਦੇ ਨਾਲ ਵਾਪਸ ਆਪ ਦੇ ਘਰੇ ਪਹੁੰਚਾਇਆ। ਅਹਿਮਦ ਸ਼ਾਹ ਅਬਦਾਲੀ ਨੇ 6 ਵਾਰ ਲੁੱਟਿਆ ਇਸ ਦੇਸ਼ ਨੂੰ, ਹਿੰਦੁਸਤਾਨ ਨੂੰ। ਤੇ ਉਸ ਟਾਈਮ ਇੱਕ ਪ੍ਰਥਾ ਚੱਲਦੀ ਹੁੰਦੀ ਸੀ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਬਚਿਆ ਸਾਰਾ ਕੁਛ अहमद शाह अब्दाली दा। उस टाइम कोई भी उठता था चलो हिंदुस्तान लूट के लाते हैं। ये जो कायरता थी, ये जो बुजदिली थी, इसको ब्रेवरी में कन्वर्ट करने का काम किया गुरु गोबिंद साहिब ने। जो औरतों बेटियों को ये ले जाते थे ना लूट के, पीछे से बाई चांस जो बेटियां बच जाती थी, यहाँ के नवाब होते थे, उनको सारी उम्र अपने पास रखते थे या शादी तक ये नवाबों के पास ये इन लड़कियों को रहना पड़ता था। ये ऐसे ऐसे कानून बनाए हुए थे। जो कोई भी मर जाता था अंतिम संस्कार उसका करने नहीं दिया जाता था। उसके बाद अंग्रेज भी आए ना, तो अंग्रेज़ों से जो लड़ने का जज्बा था वो भी गुरु साहब का दिया हुआ था। तो वीर जी ए कुछ टाइम पहले
किसान अंदोलन होया, असी लोकी जिते। बेसिकली ਉਹ ਵੀ ਜਜ਼ਬਾ ਸੀ ਜਿਹੜਾ ਲੜਨ ਦਾ ਜਜ਼ਬਾ, ਸ਼ਾਂਤੀਪੂਰਨ ਰਹਿ ਕੇ ਅਨਿਆਏ ਦੇ ਖਿਲਾਫ ਲੜਨ ਦਾ ਜਜ਼ਬਾ, ਉਹ ਵੀ ਗੁਰੂ ਸਾਹਿਬ ਦੇ ਕੋਲੋਂ ਆਇਆ ਹੋਇਆ ਸੀ। और मैं बहुत हैरान होता हूँ जब भी हमें कहीं गुरुद्वारा साहिब दिखता है, हमारा ये उत्तरदायित्व बनता है कि उस मुक़द्दस दरबार में जाके हम माथा टेकें, जिस दरबार के कारण हमारी कौम बची, हमारा धर्म बचा, हिंदू धर्म बचा, जिस कौम के कारण मंदिर बचे, उस मुक़द्दस जगह में जाके शीश झुकाने का जो हमारी ड्यूटी है, उत्तरदायित्व है, वो हमारा बनता है। यदि गुरु साहब कोई स्टेप ना उठाते तो ये जो सिलसिला था लूट पाट वाला, ये आज तक थमना नहीं था। दोस्तों, जो खालसा पंथ गुरु साहब ने बनाया था वो कोई अलग लोग नहीं है, किसी अलग ग्रह के लोग नहीं हैं, वो मन नीवा मत उच्ची के लोग हैं। मतलब उनका जो इंटेलिजेंशिया लेवल है वो बहुत ब्रिलियंट है और उनका हौसला बेहिसाब है, बेमिसाल है। और देखा जाए ना दोस्तों, तो हमने ये सुना है या तो होश होता है और या जोश होता है। और गुरु साहब ने जिस खालसा पंथ की स्थापना की, वो लोग इंटेलिजेंट भी थे, वो लोग ब्रिलियंट भी थे, वो लोग योद्धा भी थे, वो लोग शेरों की तरह लड़ना जानते थे। और एक चीज़ और, खाली कोई आए लूट के चला जाए, ये एक एस्पेक्ट है। उनका पर्पस अकेला ये नहीं था कि हिंदुस्तान को लूट के जाना है, उसमें साथ में ये भी उनका पर्पस था कि पीछे जो लोग बचे हैं, जो हिंदू धर्म बचा है, उसको भी पूरी तरह से ख़त्म करना है। छोटे बच्चों के टुकड़े काट काट के उनकी माताओं के सामने थाली में परोसे जाते थे सलाद की तरह, कि पीछे से ये जो धर्म है ये भी समाप्त हो जाए, लूट के जो हम जा रहे हैं वो तो अलग है।